ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਵਿਣ ਨਾਵੈ ਸਭ ਭਰਮ ਦੇ, ਨਿਤ ਜਗ ਟੋਟਾ ਸਹਿਸਾਰ। ਮਨ ਮੁਖ ਕਰਮ ਕਮਾਵਣੇ, ਹਉਮੈ ਅੰਧ ਗੋਬਾਰ। ਵਿਣ ਨਾਵੈ ਸਭ ਭਰਮ ਦੇ, ਨਿਤ ਜਗ ਟੋਟਾ ਸਹਿਸਾਰ। ਮਨ ਮੁਖ ਕਰਮ ਕਮਾਵਣੇ, ਹਉਮੈ ਅੰਧ ਗੋਬਾਰ। ਗੁਰਮੁਖ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ। ਮਹੱਲਾ ਤੀਜਾ। ਸਹਜੇ ਜਾਗੈ ਸਹਜੇ ਸੋਵੈ, ਗੁਰਮੁਖ ਅਨ ਦਿਨ ਉਸਤਤ ਹੋਵੈ। ਮਨ ਮੁਖ ਭਰਮੈ ਸਹਸਾ ਹੋਵੈ, ਅੰਤਰ ਚਿੰਤਾ ਨੀਂਦ ਨਾ ਸੋਵੈ। ਗਿਆਨੀ ਜਾਗਹਿ ਸਵਹਿ ਸੁਭਾਏ, ਨਾਨਕ ਨਾਮ ਰਤਿਆ ਬਲ ਜਾਉ। ਪੌੜੀ। ਸੇ ਹਰ ਨਾਮ ਧਿਆਵਹਿ, ਜੋ ਹਰ ਰਤਿਆ। ਹਰ ਇੱਕ ਧਿਆਵਹਿ, ਇੱਕ ਇੱਕੋ ਹਰ ਸਤਿਆ। ਹਰ ਇੱਕੋ ਵਰਤੈ, ਇੱਕ ਇੱਕੋ ਉਤਪਤਿਆ। ਜੋ ਹਰ ਨਾਮ ਧਿਆਵਹਿ, ਤਿਨ ਡਰ ਸੱਟ ਘੱਤਿਆ। ਗੁਰਮਤੀ ਦੇਵੈ ਆਪ, ਗੁਰਮੁਖ ਹਰ ਜਪਿਆ। ਜੋ ਹਰ ਨਾਮ ਧਿਆਵਹਿ, ਤਿਨ ਡਰ ਸੱਟ ਘੱਤਿਆ। ਗੁਰਮਤੀ ਦੇਵੈ ਆਪ, ਗੁਰਮੁਖ ਹਰ ਜਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗਹੁ ਜੁਗ ਅਟਲ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਤੋਂ ਗਰੀਬ ਨਵਾਜ ਪਾਤਸ਼ਾਹ ਜੀ ਤਖਤ ਸਾਹਿਬ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ। ਅੰਮ੍ਰਿਤ ਵੇਲੇ ਦੇ ਸਜੇ ਦੀਵਾਨਾਂ ਵਿੱਚ ਨਿਤਨੇਮ ਬਾਣੀਆਂ ਦੇ ਪਾਠ, ਗੁਰਮੰਤਰ ਦੇ ਜਾਪ, ਆਸਾ ਦੀ ਵਾਰ ਦਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ। ਉਸ ਤੋਂ ਉਪਰੰਤ ਅੱਜ ਦਾ ਇਲਾਹੀ ਫਰਮਾਨ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਬਖਸ਼ਿਸ਼ ਕੀਤਾ ਹੈ, ਉਸ ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ ਹੈ।
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਹੀ ਮਤ ਬੁੱਧ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਗੁਰਮਤਿ ਦੀ ਰੌਸ਼ਨੀ ਵਿੱਚ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਮਨ ਦਾ ਟਿਕਾਓ ਬਖਸ਼ਿਸ਼ ਕਰਨ, ਪਿਆਰ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਅੱਜ ਦਾ ਜੋ ਪਾਵਨ ਪਵਿੱਤਰ ਮੁੱਖ ਵਾਕ ਹੈ, ਇਹ ਸੋਰਠ ਰਾਗ ਦੀ ਵਾਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਹੈ ਤੇ ਇਸ ਪਾਵਨ ਪਵਿੱਤਰ 9ਵੀਂ ਪੌੜੀ ਦੇ ਨਾਲ 2 ਸ਼ਲੋਕ ਹਨ, ਉਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਨ। ਕਈ ਵਾਰ ਅੱਗੇ ਇਹ ਵਿਚਾਰ ਹੋਈ ਹੈ ਕਿ ਜੋ ਵਾਰਾਂ ਨੇ ਇਹ ਕੇਵਲ ਪੌੜੀਆਂ ਹੀ ਹੋਇਆ ਕਰਦੀਆਂ ਸਨ ਤੇ ਇਹਨਾਂ ਪੌੜੀਆਂ ਦੇ ਨਾਲ ਜਿਹੜੇ ਸ਼ਲੋਕ ਲਾਏ ਨੇ ਉਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਸਮੇਂ ਉਦੋਂ ਉਹਨਾਂ ਪੌੜੀਆਂ ਦੇ ਨਾਲ ਜੋ ਉਹਨਾਂ ਪੌੜੀਆਂ ਦੀ ਵਿਆਖਿਆ ਕਰਦੇ ਨੇ ਉਹ ਸ਼ਲੋਕ ਨਾਲ ਦਰਜ ਕੀਤੇ ਹਨ। ਵਾਰ ਭਾਵੇਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਹੋਵੇ, ਚਾਹੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਹੋਵੇ, ਚਾਹੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੋਵੇ, ਉਹਨਾਂ ਦੇ ਨਾਲ ਸ਼ਲੋਕ ਹਨ ਜਿਹੜੇ ਕਿਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ, ਗੁਰੂ ਅਮਰਦਾਸ ਮਹਾਰਾਜ ਜੀ ਦੇ, ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਿਹੜੇ ਵੀ ਸ਼ਲੋਕ ਉਹਨਾਂ ਪੌੜੀਆਂ ਨਾਲ ਉਹਨਾਂ ਦੀ ਵਿਆਖਿਆ ਕਰਦੇ ਨੇ ਉਹ ਦਰਜ ਕੀਤੇ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਸੋ ਅੱਜ ਦੀ ਵੀ ਜਿਹੜੀ ਇਹ ਸੋਰਠ ਦੀ ਵਾਰ ਹੈ, ਇਹ ਹੈ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਤੇ ਇਸ ਪੌੜੀਆਂ ਦੇ ਨਾਲ ਪੌੜੀ ਨਾਲ ਜਿਹੜੇ 2 ਸ਼ਲੋਕ ਆਏ ਨੇ ਉਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਨ। ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਪਹਿਲੇ ਸ਼ਲੋਕ ਵਿੱਚ ਜੋ ਸਮੁੱਚੀ ਮਾਨਵਤਾ ਨੂੰ ਸੁਨੇਹਾ ਦੇ ਰਹੇ ਨੇ। ਸਾਹਿਬ ਕਹਿੰਦੇ ਨੇ ਕਿ ਨਾਮ ਤੋਂ ਬਿਨਾਂ ਜੀਵ ਭਰਮਦਾ ਹੈ, ਨਾਮ ਤੋਂ ਬਿਨਾਂ ਜੀਵ ਭਟਕਿਆ ਹੋਇਆ ਹੈ, ਨਾਮ ਤੋਂ ਬਿਨਾਂ ਜੀਵ ਨੂੰ ਦਿਨ ਰਾਤ ਘਾਟਾ ਪਈ ਜਾਂਦਾ ਹੈ। ਕਿਹੜਾ ਘਾਟਾ ਪੈ ਰਿਹਾ ਹੈ? ਜਿਹੜੇ ਕੀਮਤੀ ਪਰਮਾਤਮਾ ਵੱਲੋਂ ਮਿਲੇ ਹੋਏ ਸਵਾਸ ਹਨ ਉਹਨਾਂ ਦਾ ਦਿਨ ਰਾਤ ਘਾਟਾ ਪਈ ਜਾਂਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ, ਜਿਸ ਦੇ ਵਿੱਚ ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਇਹ ਸਵਾਸ ਬੜੇ ਕੀਮਤੀ ਹਨ, ਜਿਨ੍ਹਾਂ ਦੀ ਕੋਈ ਕੀਮਤ ਹੀ ਨਹੀਂ ਹੈ, ਨਾ ਇਹ ਵੱਧ ਸਕਦੇ ਨੇ ਨਾ ਇਹ ਘਟ ਸਕਦੇ ਨੇ। ਪਰ ਮਨੁੱਖ ਨੂੰ ਨਾ ਕਦਰ ਹੋਣ ਕਰਕੇ ਇੱਕ ਇੱਕ ਸਵਾਸ ਜਿਹੜਾ ਹੈ ਪ੍ਰਭੂ ਦੀ ਯਾਦ ਤੋਂ ਬਿਨਾਂ ਅਜ਼ਾਈਂ ਤੁਰਿਆ ਜਾਂਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਚਨ ਹੈ, ਸਾਹਿਬ ਜੀ ਕਹਿੰਦੇ ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਛਿਨ ਛਿਨ ਤੋਂ ਭਾਵ ਹੈ ਇੱਕ ਇੱਕ ਸਵਾਸ ਤੇ ਉਦਾਹਰਨ ਕੀ ਦਿੱਤੀ? ਫੂਟੇ ਘਟ ਜਿਉ ਪਾਣੀ। ਘਟ ਭਾਵ ਇੱਥੇ ਕਿਹਾ ਗਿਆ ਕਿ ਜਿਵੇਂ ਘੜੇ ਨੂੰ ਤਰੇੜ ਆਈ ਹੋਵੇ ਤੇ ਉਸ ਘੜੇ ਵਿੱਚ ਪਾਣੀ ਪਾ ਦਿਓ, ਸਵੇਰ ਤੋਂ ਸ਼ਾਮ ਤੱਕ ਉਹ ਘੜਾ ਸਾਰਾ ਖਾਲੀ ਹੋ ਜਾਏਗਾ। ਉਹ ਇੱਕ ਇੱਕ ਤੁਮਕਾ ਕਰਕੇ ਪਾਣੀ ਦਾ ਉਹਦੇ ਵਿੱਚੋਂ ਨਿਕਲਦਾ ਜਾਂਦਾ। ਸਾਹਿਬ ਕਹਿੰਦੇ ਇਸੇ ਤਰ੍ਹਾਂ ਹੀ ਇਹ ਸਰੀਰ ਰੂਪੀ ਘੜੇ ਵਿੱਚ ਪਰਮਾਤਮਾ ਨੇ ਕੀਮਤੀ ਸਵਾਸ ਪਾਏ ਹਨ ਤੇ ਇੱਕ ਇੱਕ ਸਵਾਸ ਸਾਡਾ ਜਿਹੜਾ ਹੈ ਉਹ ਤੁਰਿਆ ਜਾਂਦਾ। ਜਿਵੇਂ ਜਿਵੇਂ ਸਵਾਸ ਨਿਕਲਦੇ ਜਾਂਦੇ ਜ਼ਿੰਦਗੀ ਘਟਦੀ ਜਾਂਦੀ ਹੈ। ਬਾਬਾ ਫਰੀਦ ਸਾਹਿਬ ਜੀ ਨੇ ਆਪਣੇ ਸ਼ਬਦਾਂ ਵਿੱਚ ਇਉਂ ਕਿਹਾ ਹੈ ਕਿ ਫਰੀਦਾ ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ। ਜੇ ਪਤਾ ਹੁੰਦਾ ਵੀ ਇਹ ਸਰੀਰ ਰੂਪੀ ਘੜੇ ਵਿੱਚ ਤੇਲ ਰੂਪੀ ਸਵਾਸ ਬਹੁਤ ਥੋੜੇ ਨੇ ਤੇ ਸੰਭਲ ਬੁੱਕ ਭਰੀ ਤੋਂ ਭਾਵ ਹੈ ਕਿ ਬੜੀ ਸੰਭਲ ਕੇ ਵਿਚਾਰ ਕੇ ਇੱਕ ਇੱਕ ਸਵਾਸ ਨੂੰ ਮੈਂ ਸੰਭਾਲਦਾ, ਅਜ਼ਾਈ ਨਾ ਜਾਣ ਦਿੰਦਾ। ਫਰੀਦਾ ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ। ਇੱਕ ਇੱਕ ਸਵਾਸ ਕੀਮਤੀ ਨੂੰ ਮੈਂ ਸੰਭਾਲ ਕੇ ਭਾਵ ਕਿ ਅਜ਼ਾਈ ਨਾ ਜਾਣ ਦਿੰਦਾ। ਮਨੁੱਖ ਸੰਸਾਰ ਦੇ ਉੱਤੇ ਬਹੁਤ ਕੁਝ ਲੈ ਕੇ ਆਇਆ ਹੈ
ਤੇ ਬਹੁਤ ਕੁਝ ਲੈ ਕੇ ਜਾਣਾ ਮਨੁੱਖ ਨੇ। ਲੈ ਕੇ ਆਇਆ ਹੈ ਮਨੁੱਖ ਸਵਾਸਾਂ ਦੀ ਪੂੰਜੀ ਪਰਮਾਤਮਾ ਦੇ ਕੋਲੋਂ, ਤੇ ਇਹਨਾਂ ਸਵਾਸਾਂ ਦੇ ਨਾਲ ਜੋ ਕੁਝ ਮਨੁੱਖ ਨੇ ਚੰਗਾ ਮੰਦਾ ਕਰਨਾ ਹੈ ਉਹ ਇਸ ਨੇ ਨਾਲ ਲੈ ਕੇ ਜਾਣਾ ਹੈ। ਪ੍ਰਭੂ ਦੇ ਦਰਬਾਰ ਵਿੱਚ ਕੇਵਲ ਦੋ ਗੱਲਾਂ ਹੀ ਪੁੱਛੀਆਂ ਜਾਂਦੀਆਂ ਨੇ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਚੰਗਿਆਈ ਤੇ ਬੁਰਿਆਈ, ਚੰਗੇ ਕਰਮ ਕੀ ਤੇ ਮਾੜੇ ਕਰਮ ਕੀ, ਇਹਨਾਂ ਦੇ ਹਿਸਾਬ ਨਾਲ ਜਿਹੜਾ ਹੈ ਇਹ ਲੇਖਾ ਜੋਖਾ ਹੁੰਦਾ ਹੈ। ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਨਿੱਤ ਘਾਟਾ ਪੈ ਰਿਹਾ ਜੀਵ ਨੂੰ। ਘਾਟਾ ਇਹ ਪੈ ਰਿਹਾ ਕਿ ਜਿਹੜੇ ਕੀਮਤੀ ਸਵਾਸ ਮਿਲੇ, ਜ਼ਿੰਦਗੀ ਮਿਲੀ ਹੈ, ਜੇ ਮੰਨ ਲਓ ਕਿ ਰੱਬ ਵੱਲੋਂ ਇਹ ਜ਼ਿੰਦਗੀ ਕਿਸੇ ਨੂੰ 80 ਸਾਲ ਮਿਲੀ ਹੋਵੇ ਤੇ ਜਿੰਨੀ ਉਮਰ ਉਹਦੀ ਲੰਘ ਚੁੱਕੀ ਹੈ, 10 ਸਾਲ ਲੰਘੀ ਹੈ, 20 ਸਾਲ ਦਾ, 30 ਦਾ ਹੋ ਗਿਆ, 40 ਦਾ ਹੋ ਗਿਆ, 50 ਦਾ ਹੋ ਗਿਆ, ਉਨਾ ਘਾਟਾ ਪੈ ਗਿਆ, ਬਾਕੀ ਦੀ ਜ਼ਿੰਦਗੀ ਹੈ। ਤੋ ਇਸ ਨੂੰ ਜਿੰਨਾ ਕੁ ਮਨੁੱਖ ਨੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜਿੰਨੇ ਕੁ ਸਵਾਸਾਂ ਨੂੰ ਸਫਲ ਕੀਤਾ ਹੈ, ਪ੍ਰਭੂ ਦੇ ਦਰਬਾਰ ਵਿੱਚ ਉਹੀ ਪ੍ਰਵਾਨ ਹੁੰਦੇ ਨੇ। ਬਾਕੀ ਜਿਹੜੇ ਵਿਅਰਥ ਚਲੇ ਗਏ ਸਵਾਸ, ਜਿਨ੍ਹਾਂ ਦੇ ਨਾਲ ਕੋਈ ਲਾਭ ਨਾ ਹੋਇਆ, ਉਹ ਜ਼ਿੰਦਗੀ 'ਚ ਮਨੁੱਖ ਨੂੰ ਘਾਟਾ ਪੈ ਗਿਆ। ਪਰ ਸੰਸਾਰ ਅੰਦਰ ਮਨੁੱਖ ਕੋਈ ਵੀ ਅਜਿਹਾ ਕੰਮ ਨਹੀਂ ਕਰਦਾ ਜਿਸ ਵਿੱਚ ਘਾਟਾ ਪਵੇ ਤੇ ਬੰਦਾ ਉਸ ਕੰਮ ਨੂੰ ਬਾਰ-ਬਾਰ ਕਰੀ ਜਾਵੇ, ਬਾਰ-ਬਾਰ ਕਰੀ ਜਾਵੇ। ਭਗਤ ਕਬੀਰ ਸਾਹਿਬ ਜੀ ਨੇ ਇੱਕ ਸ਼ਬਦ ਬੜਾ ਪਿਆਰਾ ਕਿਹਾ ਹੈ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਐਸੇ ਬਣ ਸਿਉ ਨਾਹੀਨ ਕਾਜ। ਮੈਨੂੰ ਉਸ ਕੰਮ ਕਰਨ ਦੇ ਵਿੱਚ ਕੋਈ ਫਾਇਦਾ ਨਹੀਂ ਹੈ ਜਿਹ ਘਟੈ ਮੂਲ ਨਿਤ ਵਧੈ ਵਿਆਜ। ਜਿਹਦੇ ਵਿੱਚ ਮੂਲ ਘਟਦਾ ਹੋਵੇ ਤੇ ਵਿਆਜ ਵੱਧਦਾ ਜਾਂਦਾ ਹੋਵੇ, ਉਹ ਕੰਮ ਕਰਨ ਦਾ ਕੋਈ ਲਾਭ ਨਹੀਂ ਹੈ। ਮਨੁੱਖ ਸੰਸਾਰ ਦੇ ਵਿੱਚ ਤੁਸੀਂ ਦੇਖੋ, ਮੰਨ ਲਓ ਵੀ ਕਿਸੇ ਨੂੰ ਕਿਸੇ ਕੰਮ 'ਚ ਘਾਟਾ ਪੈ ਗਿਆ ਹੋਵੇ ਤੇ ਬੰਦਾ ਉਹ ਕੰਮ ਛੱਡ ਦਿੰਦਾ ਹੈ ਕਿ ਇਹਦੇ ਵਿੱਚ ਮੈਨੂੰ ਕੋਈ ਲਾਭ ਨਹੀਂ ਹੋਇਆ, ਘਾਟਾ ਪਿਆ ਹੈ। ਪਰ ਇੱਕ ਮਨੁੱਖ ਨੇ ਇਸ ਜ਼ਿੰਦਗੀ ਵਾਲੇ ਬੰਨੇ ਨਹੀਂ ਕਦੀ ਸੋਚਿਆ ਵੀ ਇਹਦੇ ਵਿੱਚ ਜਿਹੜਾ ਘਾਟਾ ਪੈਂਦਾ ਹੈ, ਇਹ ਕੰਮ ਛੱਡ ਦਿਆਂ ਮੈਂ ਜਿਹਦੇ ਵਿੱਚ ਘਾਟਾ ਪੈਂਦਾ। ਇੱਧਰ ਬੰਦਾ ਦਿਨ ਰਾਤ ਹੀ ਉਹ ਕੰਮ ਕਰੀ ਜਾਂਦਾ ਜਿਹਦੇ ਵਿੱਚ ਦਿਨ ਰਾਤ ਘਾਟਾ ਪਈ ਜਾਂਦਾ ਹੈ, ਤੇ ਆਪਣੇ ਬਾਕੀ ਦੇ ਸਮਾਜਿਕ ਕੰਮਾਂ ਦੇ ਵਿੱਚ ਬੰਦਾ ਉਹ ਕੰਮ ਕਰਦਾ ਜਿਹਦੇ ਵਿੱਚ ਉਹਨੂੰ ਲਾਭ ਹੁੰਦਾ ਹੋਵੇ। ਲਾਭ ਵਾਲਾ ਕੰਮ ਬੰਦਾ ਸੋਚਦਾ ਵੀ ਉਹੀ ਹੈ, ਪੁੱਛਦਾ ਵੀ ਜਾ ਕੇ ਲੋਕਾਂ ਨੂੰ ਇਹੀ ਹੈ। ਜਦੋਂ ਕਿਸੇ ਨੇ ਕੋਈ ਨਵਾਂ ਕਾਰੋਬਾਰ ਕਰਨਾ ਹੋਵੇ, ਕੰਮਕਾਰ ਕਰਨਾ ਹੋਵੇ, ਸਭ ਤੋਂ ਪਹਿਲਾਂ ਬੰਦਾ ਉਹਦੇ 'ਚ ਇੱਕੋ ਹੀ ਸਵਾਲ ਕਰਦਾ ਵੀ ਜਿਹੜਾ ਮੈਂ ਕੰਮ ਕਰਾਂਗਾ ਇਹਦੇ ਵਿੱਚ ਮੈਨੂੰ ਲਾਭ ਕੀ ਹੋਏਗਾ। ਹਰ ਬੰਦੇ ਦਾ ਪਹਿਲਾ ਸਵਾਲ ਇਹੀ ਹੁੰਦਾ ਹੈ ਕਿ ਮੈਂ ਕੰਮ ਤਾਂ ਕਰਾਂਗਾ, ਕੰਮ ਕਰਨ ਨੂੰ ਮੈਂ ਤਿਆਰ ਆ, ਕਿੱਡੀ ਤਗੜੀ ਕਰੜੀ ਮੁਸ਼ੱਕਤ ਵੀ ਕਿਉਂ ਨਾ ਹੋਵੇ। ਉਹ ਕਹਿੰਦਾ ਮੈਂ ਕਰੜੀ ਤੋਂ ਕਰੜੀ ਮੁਸ਼ੱਕਤ ਕਰਾਂਗਾ ਜ਼ਰੂਰ, ਪਰ ਮੈਨੂੰ ਭਰਾਵਾ ਇਹ ਤਾਂ ਦੱਸ ਵੀ ਇਹਦੇ 'ਚ ਮੈਨੂੰ ਲਾਭ ਕੀ ਹੋਣਾ ਹੈ, ਇਹਦੇ 'ਚ ਮੈਨੂੰ ਘਾਟਾ ਕੀ ਪਏਗਾ ਤੇ ਲਾਭ ਕੀ ਹੋਏਗਾ। ਫਿਰ ਉਹ ਜਿਹੜਾ ਦੱਸਣ ਵਾਲਾ ਦੱਸਦਾ ਹੈ ਵੀ ਇਸ ਕੰਮ ਦੇ ਵਿੱਚ ਤੈਨੂੰ ਘਾਟਾ ਨਹੀਂ, ਤੈਨੂੰ ਲਾਭ ਹੀ ਲਾਭ ਹੋਣਾ ਹੈ ਤੇ ਤੂੰ ਕਰ ਇਸ ਨੂੰ। ਫਿਰ ਉਹ ਦਿਨ ਰਾਤ ਇੱਕ ਕਰ ਦਿੰਦਾ ਹੈ। ਇਸੇ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਣਾ ਕਿ ਮਹਾਰਾਜ ਕਿਹੜੇ ਕੰਮ ਦੇ ਵਿੱਚ ਸਾਨੂੰ ਘਾਟਾ ਹੈ ਤੇ ਕਿਹੜੇ ਕੰਮ ਦੇ ਵਿੱਚ ਲਾਭ ਹੈ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੱਸਣਗੇ ਕਿ ਭਾਈ ਘਾਟਾ ਇਸ ਚੀਜ਼ ਵਿੱਚ ਹੈ ਕਿ ਜੇ ਇਹਨਾਂ ਤੋਂ ਕੀਮਤੀ ਸਵਾਸਾਂ ਦੇ ਨਾਲ ਵਿਸ਼ੇ ਵਿਕਾਰ ਭੁਗਦਾ ਰਿਓ, ਇਹਨਾਂ ਕੀਮਤੀ ਸਵਾਸਾਂ ਦੇ ਨਾਲ ਕਰਮ ਕਾਂਡ ਵਹਿਮ ਭਰਮ ਦੇ ਵਿੱਚ ਸਾਰੀ ਜ਼ਿੰਦਗੀ ਕੱਢ ਗਿਓ ਤੇ ਘਾਟਾ ਹੈ। ਲਾਭ ਕਿਹੜਾ? ਜਿੰਨੀ ਸੰਗਤ ਕਰ ਲਵੇਂਗਾ, ਜਿੰਨੀ ਬਾਣੀ ਪੜ੍ਹ ਲਵੇਂਗਾ, ਜਿੰਨੀ ਗੁਰੂ ਦੀ ਕੀਰਤੀ ਕਰ ਲਵੇਂਗਾ, ਸੁਣ ਲਵੇਂਗਾ, ਜਿੰਨੀ ਸੇਵਾ ਸਿਮਰਨ ਕਰ ਲਵੇਂਗਾ, ਪਰਉਪਕਾਰ ਕਰ ਲਵੇਂਗਾ, ਧਰਮ ਦੇ ਕੰਮ ਕਰ ਲਵੇਂਗਾ, ਜਿੰਨਾ ਚੰਗਿਆਈ ਨੂੰ ਗੁਣਾਂ ਨੂੰ ਇਕੱਠੇ ਕਰੀ ਜਾਵੇਂਗਾ, ਭਈ ਉਹ ਤੇ ਲਾਭ ਹੀ ਲਾਭ ਹੈ, ਉਹਦੇ ਵਿੱਚ ਕੋਈ ਤੈਨੂੰ ਘਾਟਾ ਨਹੀਂ ਪੈਣਾ। ਬੜੀ ਪਿਆਰੀ ਜੀ ਸਾਖੀਕਾਰ ਕਈ ਵਾਰ ਸਾਖੀਆਂ ਮਨੁੱਖ ਵਾਸਤੇ ਬਣਾਉਂਦੇ ਨੇ ਕਿ ਸੌਖੀ ਸਮਝ ਪੈ ਜਾਵੇ। ਕਹਿੰਦੇ ਇੱਕ ਵਾਰ ਇੱਕ ਜ਼ਿਮੀਂਦਾਰ ਆਪਣੇ ਬਾਜਰੇ ਦੇ ਖੇਤਾਂ ਦੇ ਵਿੱਚੋਂ ਜਾਨਵਰਾਂ ਨੂੰ ਡਾਰਿਆ ਸੀ ਤੇ ਉਹਨੇ ਗਲੇਲੇ ਬਣਾ ਕੇ ਮਿੱਟੀ ਦੇ ਛੋਟੇ ਛੋਟੇ ਵੱਟ ਕੇ ਕੋਲ ਰੱਖੇ ਸਨ। ਉਹਨਾਂ ਨੂੰ ਗਲੇਲ ਉੱਤੇ ਚੜਾਉਂਦਾ ਹੈ ਤੇ ਮਾਰਦਾ ਜ਼ੋਰ ਦੀ ਜਿਹੜੇ ਚਿੜੀ ਜਨੌਰ ਨੇ ਉੱਡ ਜਾਂਦੇ ਨੇ। ਕਹਿੰਦੇ ਨੇ ਇੱਕ ਦਿਨ ਕੀ ਹੋਇਆ ਕਿ ਉਸ ਨੂੰ ਆਪਣੇ ਖੇਤਾਂ ਦੇ ਵਿੱਚੋਂ ਹੱਥ ਮਾਰਦਿਆਂ ਹੋਇਆ ਜਦੋਂ ਮਿੱਟੀ ਥੋੜ੍ਹੀ ਜਿਹੀ ਉਹ ਖੋਦਦਾ ਪਿਆ ਹੈ ਮਿੱਟੀ ਨੂੰ, ਤੇ ਉਹਨੂੰ ਇਉਂ ਲੱਗਾ ਜਿਵੇਂ ਕੋਈ ਚੀਜ਼ ਜ਼ਮੀਨ ਵਿੱਚ ਨੱਪੀ ਪਈ ਹੈ। ਉਸ ਨੇ ਜਿਸ ਵੇਲੇ ਉਸ ਨੂੰ ਥੋੜ੍ਹਾ ਜਿਹਾ ਹੋਰ ਮਿੱਟੀ ਨੂੰ ਖੋਦਿਆ ਹੈ, ਉਹਦੇ ਵਿੱਚੋਂ ਉਹਨੂੰ ਇੱਕ ਘੜਾ ਮਿਲਿਆ ਤੇ ਉਸ ਘੜੇ ਦੇ ਵਿੱਚ ਬੜੇ ਕੀਮਤੀ ਲਾਲ ਸਨ, ਬੜੇ ਕੀਮਤੀ ਹੀਰੇ ਸਨ, ਪਰ ਉਹਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ, ਕੋਈ ਸਮਝ ਨਹੀਂ ਸੀ ਉਹਦੇ ਬਾਰੇ। ਉਹਨੇ ਸੋਚਿਆ ਵੀ ਅੱਗੇ ਤਾਂ ਮੈਨੂੰ ਗਲੇਲੇ ਰੋਜ਼ ਵੱਟਣੇ ਪੈਂਦੇ ਸੀ, ਆਪ ਵੱਟਦਾ ਸੀ, ਅੱਜ ਵੱਟੇ ਵਟਾਏ ਮਿਲ ਗਏ, ਤੇ ਉਹਨੇ ਉਹਨਾਂ ਨੂੰ ਗਲੇਲ ਉੱਤੇ ਚੜ੍ਹਾ ਕੇ ਉਹਦੇ ਨਾਲ ਚਿੜੀਆਂ ਜਨੌਰ ਡਾਉਣ ਲੱਗ ਪਿਆ।
ਕਹਿੰਦੇ ਨੇ ਇਸ ਤਰ੍ਹਾਂ 2-4 ਦਿਨ ਉਹਨਾਂ ਦੇ ਨਾਲ ਹੀ ਉਹ ਚਿੜੀ ਜਨੌਰ ਡਾਉਂਦਾ ਰਿਹਾ। ਇੱਕ ਦਿਨ ਕਹਿੰਦੇ ਖੇਤਾਂ ਵਿੱਚ ਉਹ ਇਸੇ ਤਰ੍ਹਾਂ ਚਿੜੀਆਂ ਜਨੌਰ ਡਾਉਂਦਾ ਪਿਆ ਸੀ। ਘਰ ਵਾਲੀ ਰੋਟੀ ਲੈ ਕੇ ਗਈ ਤੇ ਇੱਕ ਹੀ ਜਿਹੜਾ ਉਹ ਹੀਰਾ ਸੀ ਨਾ, ਉਹ ਇੱਕ ਹੀ ਬਚਿਆ ਸੀ। ਤੇ ਉਹਦੀ ਘਰ ਵਾਲੀ ਨੇ ਵੇਖਿਆ, ਕਹਿਣ ਲੱਗੀ ਏਡਾ ਸੋਹਣਾ ਪੱਥਰ ਹੈ, ਤੁਸੀਂ ਸੁੱਟਣ ਕਿਉਂ ਲੱਗੇ ਹੋ? ਇਹ ਪੱਥਰ ਲਿਆਓ, ਮੈਂ ਘਰੇ ਲੈ ਕੇ ਜਾਨੀ ਹੈ। ਉਹਨੂੰ ਕੀਮਤੀ ਲੱਗਾ, ਸੋਹਣਾ ਲੱਗਾ, ਉਹਨੇ ਉਹਨੂੰ ਲੈ ਲਿਆ। ਜਦੋਂ ਉਹ ਤੁਰੀ ਆਉਂਦੀ ਹੈ ਤੇ ਕਹਿੰਦੇ ਨੇ ਰਸਤੇ ਵਿੱਚ ਜੌਹਰੀ ਦੀ ਦੁਕਾਨ ਸੀ ਤੇ ਜੌਹਰੀ ਨੇ ਵੇਖਿਆ, ਕਹਿਣ ਲੱਗੇ ਬੀਬੀ ਤੇਰੇ ਕੋਲੇ ਇਹ ਤਾਂ ਬੜਾ ਕੀਮਤੀ ਹੀਰਾ ਲਾਲ ਹੈ, ਕਿੱਥੋਂ ਲੈ ਕੇ ਆਈ ਹੈ? ਕਹਿਣ ਲੱਗੀ ਇਹ ਤਾਂ ਮੇਰੇ ਘਰ ਵਾਲੇ ਨੇ ਖੇਤਾਂ ਵਿੱਚ ਘੜਾ ਭਰਿਆ ਪਿਆ ਸੀ, ਸਾਰੇ ਉਹਨੇ ਤਾਂ ਗਲੇਲੇ ਸਮਝ ਕੇ ਸਾਰੇ ਜਿਹੜੇ ਚਿੜੀਆਂ ਜਨੌਰਾਂ ਨੂੰ ਡਾਉਂਦਿਆਂ ਹੋਇਆਂ ਸਭ ਸੁੱਟ ਦਿੱਤੇ ਨੇ। ਉਹ ਕਹਿਣ ਲੱਗਾ ਇਹ ਤਾਂ ਬੜੀ ਕੀਮਤੀ ਚੀਜ਼ ਸੀ। ਉਹਨੇ ਜਦੋਂ ਆਪਣੇ ਘਰ ਵਾਲੇ ਨੂੰ ਦੱਸਿਆ, ਕਹਿਣ ਲੱਗੀ ਇਹ ਤਾਂ ਜੌਹਰੀ ਕਹਿੰਦਾ ਬੜੀ ਕੀਮਤੀ ਚੀਜ਼ ਸੀ। ਤੇ ਉਹਨੇ ਪੁੱਛਿਆ ਕਿੰਨੀ ਕੁ? ਕਹਿਣ ਲੱਗਾ ਇਹ ਤਾਂ ਇੱਕ ਹੀ ਇੰਨਾ ਕੀਮਤੀ ਹੈ ਕਿ ਤੁਹਾਡੇ ਜਨਮਾਂਤਰਾਂ ਦੀ ਗਰੀਬੀ ਕੱਢ ਸਕਦਾ ਹੈ, ਤੁਹਾਡੀ ਸਾਰੀ ਗਰੀਬੀ ਨਿਕਲ ਜਾਏਗੀ। ਪਰ ਉਹਨਾਂ ਸੋਚਿਆ ਜੇ ਘੜੇ ਦਾ ਘੜਾ ਹੀ ਭਲਾ ਸਾਡੇ ਕੋਲੇ ਹੁੰਦਾ ਤੇ ਫਿਰ ਤਾਂ ਕਈ ਪੀੜ੍ਹੀਆਂ ਸਾਡੀਆਂ ਦੇ ਕੋਲੋਂ ਧਨ ਨਹੀਂ ਸੀ ਮੁੱਕਣਾ। ਸਿਰਫ ਸਮਝਾਉਣ ਵਾਸਤੇ ਸਾਖੀਕਾਰ ਕਹਿੰਦੇ ਨੇ ਇਹ ਵੀ ਜਿਹੜੇ ਕੀਮਤੀ ਸਵਾਸ ਨੇ ਨਾ, ਇਹ ਕੀਮਤੀ ਲਾਲ, ਉਹਨਾਂ ਦੀ ਤਾਂ ਫਿਰ ਵੀ ਕੋਈ ਕੀਮਤ ਪਾ ਦਿੰਦਾ ਹੀਰਿਆਂ ਦੀ, ਲਾਲਾਂ ਦੀ, ਪਰ ਇਹਨਾਂ ਦੀ ਕੋਈ ਕੀਮਤ ਨਹੀਂ। ਇਹ ਇੱਕ ਇੱਕ ਸਵਾਸ ਸਾਡਾ ਜਿਹੜਾ ਹੈ, ਸਮਝ ਲਓ ਵੀ ਇਸੇ ਤਰ੍ਹਾਂ ਅਸੀਂ ਵਿਕਾਰਾਂ ਦੀ ਜਿਹੜੀ ਗਲੇਲ ਬਣਾਈ ਹੋਈ ਹੈ ਉਹਦੇ ਉੱਤੇ ਚਾੜ ਕੇ ਸਭ ਇਹਨੂੰ ਡਾਈ ਤੁਰੇ ਜਾਂਦੇ ਆ। ਜਦੋਂ ਸਮਝ ਆਉਂਦੀ ਹੈ ਫਿਰ ਉਦੋਂ ਰਹਿ ਬੜੇ ਥੋੜ੍ਹੇ ਜਾਂਦੇ ਬੰਦੇ ਕੋਲੇ। ਫਿਰ ਸੋਚਦਾ ਵੀ ਪਹਿਲੇ ਜਿਹੜੇ ਸਾਰੇ ਚਲੇ ਗਏ, ਸਵਾਸ ਲੰਘ ਗਏ। ਪਰ ਸਾਹਿਬ ਜੀ ਕਹਿੰਦੇ ਉਹਨਾਂ ਤੇ ਪਛਤਾਵਾ ਕੀਤਿਆਂ ਕੋਈ ਲਾਭ ਨਹੀਂ ਹੋਣਾ। ਜਦੋਂ ਜੀਵ ਨੂੰ ਸਮਝ ਆ ਜਾਂਦੀ ਹੈ ਉਦੋਂ ਹੀ ਬੰਦਾ ਤੁਰ ਪਵੇ ਇਸ ਬੰਨੇ, ਤੇ ਜਿਹੜੇ ਬਚਦੇ ਹੋਏ ਸਵਾਸ ਨੇ ਉਹਨਾਂ ਦੇ ਰਾਹੀਂ ਵੀ ਪ੍ਰਭੂ ਦੀ ਕੀਰਤੀ ਕਰ ਲਵੇ ਤਾਂ ਵੀ ਮਨੁੱਖਾ ਜਨਮ ਜਿਹੜਾ ਹੈ ਸਵਰ ਸਕਦਾ ਹੈ। ਸਾਹਿਬ ਕਿਰਪਾ ਕਰਦੇ ਨੇ ਬਿਨ ਨਾਮੈ ਸਭ ਭਰਮ ਦੇ, ਨਿਤ ਜਗ ਟੋਟਾ ਸੈਸਾਰ। ਨਾਮ ਤੋਂ ਬਿਨਾਂ ਦੁਨੀਆ ਭਟਕ ਰਹੀ ਹੈ, ਭਰਮਾਂ 'ਚ ਪਈ ਹੋਈ ਹੈ, ਤੇ ਨਿਤ ਜਗ ਵਿੱਚ ਸੰਸਾਰ ਵਿੱਚ ਉਹਨਾਂ ਨੂੰ ਘਾਟਾ ਪੈ ਰਿਹਾ ਹੈ। ਭਾਵ ਕਿ ਚੰਗੇ ਗੁਣ ਨਹੀਂ ਇਕੱਠੇ ਹੋ ਰਹੇ ਤੇ ਮਨੁੱਖ ਬੁਰਾਈਆਂ ਇਕੱਠੀਆਂ ਕਰੀ ਜਾਂਦਾ ਹੈ, ਜਿਹਦਾ ਕਰਕੇ ਉਹਨੂੰ ਜ਼ਿੰਦਗੀ ਦੇ ਵਿੱਚ ਲਾਭ ਨਹੀਂ, ਘਾਟਾ ਹੀ ਘਾਟਾ ਪੈ ਰਿਹਾ ਹੈ। ਮਨ ਮੁਖ ਕਰਮ ਕਮਾਵਣੇ, ਹਉਮੈ ਅੰਧ ਗੁਬਾਰ। ਮਨ ਪਿੱਛੇ ਤੁਰਨ ਵਾਲਾ ਜੀਵ ਜਿਹੜਾ ਹੈ ਉਹ ਕਰਮ ਕਰਦਾ ਜਿਹਦੇ ਨਾਲ ਉਹਦੀ ਹਉਮੈ ਵਧੇ, ਜਿਹਦੇ ਨਾਲ ਉਹਦੀ ਹਉਮੈ ਨੂੰ ਹੋਰ ਪੱਠੇ ਪੈਣ। ਅਜਿਹੇ ਕਰਮ ਮਨ ਪਿੱਛੇ ਤੁਰਨ ਵਾਲਾ ਜੀਵ ਕਰਦਾ ਹੈ ਤੇ ਸਾਹਿਬ ਜੀ ਕਹਿੰਦੇ ਨੇ ਅੰਦਰ ਕੀ ਬਣ ਗਿਆ? ਕੁੱਪ ਹਨੇਰਾ ਬਣ ਗਿਆ, ਅਗਿਆਨਤਾ ਦਾ ਹਨੇਰਾ ਅੰਦਰ ਬਣਿਆ ਉਸ ਜੀਵ ਦੇ, ਜਿਹੜਾ ਮਨ ਪਿੱਛੇ ਤੁਰ ਕੇ ਸੰਸਾਰ ਦੇ ਵਿੱਚ ਉਹ ਕਰਮ ਕਰਦਾ ਹੈ ਜਿਹਦੇ ਨਾਲ ਉਹਦੀ ਹਉਮੈ ਵੱਧਦੀ ਹੈ। ਤੇ ਸਾਹਿਬ ਜੀ ਕਹਿੰਦੇ ਅਗਿਆਨਤਾ ਹੀ ਅਗਿਆਨਤਾ ਉਹਦੇ ਅੰਦਰ ਪਈ ਹੋਈ ਹੈ, ਅਗਿਆਨਤਾ ਵਾਸੀ ਉਹ ਐਸਾ ਕਰਮ ਕਰ ਰਿਹਾ ਹੈ। ਗੁਰਮੁਖ ਅੰਮ੍ਰਿਤ ਪੀਵਨਾ, ਨਾਨਕ ਸ਼ਬਦ ਵਿਚਾਰ। ਪਰ ਗੁਰੂ ਦੇ ਸਨਮੁਖ ਰਹਿਣ ਵਾਲਾ, ਗੁਰੂ ਦੇ ਮਾਰਗ ਤੇ ਚੱਲਣ ਵਾਲਾ ਉਹ ਕੀ ਕਰਦਾ ਹੈ? ਅੰਮ੍ਰਿਤ ਪੀਵਨਾ। ਅੰਮ੍ਰਿਤ ਪੀਵਨਾ ਤੋਂ ਭਾਵ ਹੈ ਗੁਰੂ ਜੀ ਦੀ ਬਾਣੀ, ਜਿਸ ਬਾਰੇ ਸਾਹਿਬ ਕਹਿੰਦੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਨੇ। ਇਹ ਜਿਹੜੀ ਪ੍ਰਭੂ ਪਰਮਾਤਮਾ ਦੀ ਬਾਣੀ ਹੈ, ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜਾ ਗੁਰੂ ਦੇ ਵੱਲੇ ਮੁੱਖ ਰੱਖਣ ਤੋਂ ਭਾਵ ਹੈ ਗੁਰੂ ਦੇ ਮਾਰਗ ਤੇ ਚੱਲਣ ਵਾਲਾ ਗੁਰਮੁਖ ਪਿਆਰਾ, ਉਹ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਨੂੰ ਪੀਂਦਾ ਹੈ। ਕਿਵੇਂ ਪੀਂਦਾ ਹੈ? ਸ਼ਬਦ ਵਿਚਾਰ। ਉਹ ਬਾਰ-ਬਾਰ ਆਪਣੇ ਮਨ ਵਿੱਚ ਗੁਰੂ ਦੇ ਦੱਸੇ ਹੋਏ ਸ਼ਬਦ ਨੂੰ, ਗੁਰੂ ਦੇ ਦੱਸੇ ਹੁਕਮ ਨੂੰ, ਗੁਰੂ ਦੇ ਦੱਸੇ ਹੋਏ ਮਾਰਗ ਨੂੰ ਆਪਣੇ ਮਨ ਵਿੱਚ ਬਾਰ-ਬਾਰ ਵਿਚਾਰ ਕਰਦਾ ਹੈ। ਕੀ ਵਿਚਾਰ ਕਰਦਾ ਹੈ? ਕਿ ਜ਼ਿੰਦਗੀ ਵਿੱਚ ਲਾਭ ਕਿਹੜੀ ਚੀਜ਼ ਦਾ ਹੈ, ਘਾਟਾ ਕਿਹੜੀ ਚੀਜ਼ ਦਾ, ਇਹਦੇ ਉੱਤੇ ਉਹ ਦਿਨ ਰਾਤ ਵਿਚਾਰ ਕਰਦਾ ਹੈ। ਸਾਹਿਬ ਕਿਰਪਾ ਕਰਦੇ ਨੇ ਦੂਸਰੇ ਸ਼ਲੋਕ ਵਿੱਚ, ਮਹੱਲਾ ਤੀਜਾ, ਸਹਜੇ ਜਾਗੈ ਸਹਜੇ ਸੋਵੈ। ਸਹਜੇ ਤੋਂ ਭਾਵ ਹੈ ਆਤਮਿਕ ਅਡੋਲਤਾ, ਰੱਬ ਦਾ ਪਿਆਰਾ, ਗੁਰਸਿੱਖ ਗੁਰਮੁਖ ਪਿਆਰਾ। ਸਾਹਿਬ ਜੀ ਕਹਿੰਦੇ ਆਤਮਿਕ ਅਡੋਲਤਾ ਵਿੱਚ ਸਦਾ ਹੀ ਮਨ ਕਰਕੇ ਜਾਗਦਾ ਹੈ। ਮਨ ਦੇ ਤਾਲ ਉੱਤੇ, ਆਤਮਾ ਦੇ ਤਾਲ ਉੱਤੇ ਉਹ ਸਦਾ ਹੀ ਜਾਗਿਆ ਰਹਿੰਦਾ ਹੈ। ਤੇ ਸਾਹਿਬ ਜੀ ਕਹਿੰਦੇ ਜਿਹੜਾ ਐਸਾ ਜਾਗਿਆ ਹੋਇਆ ਜੀਵ ਹੈ, ਉਸ ਜੀਵ ਦਾ ਸੰਸਾਰ ਵਾਂਗੂ ਜਿਸ ਤਰ੍ਹਾਂ ਦੁਨੀਆ ਦੇ ਲੋਕ ਮਾਇਆ ਦੀ ਨੀਂਦ ਵਿੱਚ ਸੁੱਤੇ ਨੇ, ਇਸ ਤਰ੍ਹਾਂ ਉਹ ਮਾਇਆ ਦੀ ਨੀਂਦ ਵਿੱਚ ਨਹੀਂ ਸੌਂਦਾ। ਹਾਂ, ਉਹ ਜਿਹੜਾ ਉਹਨੂੰ ਆਰਾਮ ਕਰਨ ਵਾਲੀ ਜਿਹੜੀ ਨੀਂਦ ਹੈ, ਉਹਦੇ ਵਿੱਚ ਵੀ ਉਹ ਪ੍ਰਭੂ ਦੀ ਯਾਦ ਵਿੱਚ ਹੀ ਰਹਿੰਦਾ ਹੈ। ਭਾਵ ਕਿ ਉਹ ਗੁਰਮੁਖ ਦੇ ਬਾਰੇ ਭਾਈ ਸਾਹਿਬ ਜੀ ਕਹਿੰਦੇ ਕਿਆ ਸੌਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ। ਗੁਰੂ ਦੇ ਮਾਰਗ ਤੇ ਚੱਲਣ ਵਾਲਾ
ਜਦੋਂ ਆਪਣੇ ਮਨ ਨੂੰ, ਆਤਮਾ ਨੂੰ ਪਰਮਾਤਮਾ ਦੇ ਨੇੜੇ ਇੰਨਾ ਕਰ ਲੈਂਦਾ ਹੈ ਕਿ ਉਹ ਜਾਗਦਿਆਂ ਸੌਂਦਿਆਂ ਵੀ ਪ੍ਰਭੂ ਦੀ ਯਾਦ ਵਿੱਚ ਹੀ ਆਪਣਾ ਸਮਾਂ ਬਤੀਤ ਕਰਦਾ, ਭਾਵ ਕਿ ਉਹਨੂੰ ਹਰ ਵੇਲੇ ਪਰਮਾਤਮਾ ਦੀ ਯਾਦ ਅੰਦਰ ਬਣੀ ਰਹਿੰਦੀ ਹੈ। ਗੁਰਮੁਖ ਅਨ ਦਿਨ ਉਸਤਤ ਹੋਵੈ, ਗੁਰੂ ਦੇ ਮਾਰਗ ਤੇ ਚੱਲਣ ਵਾਲਾ, ਅਨ ਦਿਨ ਦਾ ਮਤਲਬ ਹੁੰਦਾ ਦਿਨ ਤੇ ਰਾਤ। ਦਿਨ ਤੇ ਰਾਤ ਤੋਂ ਭਾਵ ਹੋ ਗਿਆ ਹਰ ਸਮੇਂ। ਹਰ ਸਮੇਂ ਤੇ ਕੀ ਕਰਦਾ? ਉਸਤਤ, ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਕੀਰਤੀ ਕਰਦਾ ਹੈ, ਪਰਮੇਸ਼ਰ ਦੀ ਵਡਿਆਈ ਕਰਦਾ ਹੈ, ਪਰਮਾਤਮਾ ਦੀ ਉਸਤਤ ਕਰਦਾ ਹੈ। ਮਨ ਮੁਖ ਭਰਮੈ ਸਹਸਾ ਹੋਵੈ, ਪਰ ਮਨ ਪਿੱਛੇ ਤੁਰਨ ਵਾਲਾ ਉਹ ਸਹਿਮਿਆਂ ਵਿੱਚ, ਸਹਿਸਿਆਂ ਵਿੱਚ, ਚਿੰਤਾ ਵਿੱਚ, ਝੋਰੇ ਵਿੱਚ ਰਹਿੰਦਾ ਹੈ। ਸਾਹਿਬ ਜੀ ਕਹਿੰਦੇ ਨੇ ਹਰ ਵੇਲੇ ਭਟਕਿਆ ਰਹਿੰਦਾ ਮਨ ਪਿੱਛੇ ਤੁਰਨ ਵਾਲਾ, ਤੇ ਉਹਦੇ ਅੰਦਰ ਸਹਿਮ ਬਣਿਆ ਰਹਿੰਦਾ ਹੈ। ਅੰਤਰ ਚਿੰਤਾ ਨੀਂਦ ਨ ਸੋਵੈ, ਸਾਹਿਬ ਜੀ ਕਹਿੰਦੇ ਅੰਦਰ ਦਿਨ ਰਾਤ ਚਿੰਤਾ ਉਹਨੂੰ ਵੱਢ ਖਾਂਦੀ ਹੈ। ਤੇ ਸਾਹਿਬ ਕਹਿੰਦੇ ਐਸਾ ਚਿੰਤਾ ਗ੍ਰਸਿਆ ਜਿਹੜਾ ਜੀਵ ਹੈ ਉਹਨੂੰ ਕਦੇ ਵੀ ਸੁੱਖ ਦੀ ਨੀਂਦ ਨਹੀਂ ਆਉਂਦੀ। ਗਿਆਨੀ ਜਾਗੈ ਸਵਹਿ ਸੁਭਾਏ, ਪਰ ਗੁਰੂ ਨਾਲ ਸਾਂਝ ਪਾਉਣ ਵਾਲਾ ਜਿਹੜਾ ਹੈ, ਜਿਹਨੇ ਪੂਰਨ ਤੌਰ ਤੇ ਗੁਰੂ ਨਾਲ ਸਾਂਝ ਪਾ ਲਈ, ਸਾਹਿਬ ਜੀ ਕਹਿੰਦੇ ਨੇ ਉਹ ਸਦਾ ਹੀ ਜੀਵ ਮਨ ਕਰਕੇ, ਆਤਮਾ ਕਰਕੇ ਸਦਾ ਹੀ ਜਾਗਦਾ ਰਹਿੰਦਾ ਹੈ। ਕਿਉਂਕਿ ਸਾਹਿਬ ਜੀ ਨੇ ਬਾਣੀ 'ਚ ਕਿਹਾ ਕਿ ਜਗਾਣਾ ਕਿਸ ਨੂੰ ਹੈ? ਸਾਹਿਬ ਕਹਿੰਦੇ ਸਿਮਰ 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 ਗੁਰ ਆਪਣਾ, ਸੋਇਆ ਮਨ ਸੁੱਤਾ ਮਨ ਜਗਾਈ। ਸੁੱਤਾ ਹੋਇਆ ਮਨ ਭਈ ਤੂੰ ਜਗਾ ਲੈ। ਪਰ ਸਾਹਿਬ ਜੀ ਕਹਿੰਦੇ ਨੇ ਗਿਆਨਵਾਨ ਨੇ, ਜਿਹਨੇ ਗੁਰੂ ਨਾਲ ਡੂੰਘੀ ਸਾਂਝ ਪਾ ਲਈ, ਉਹਨੇ ਆਪਣੇ ਮਨ ਨੂੰ ਜਗਾ ਲਿਆ, ਤੇ ਉਹ ਹਰ ਵੇਲੇ ਆਪਣੇ ਪ੍ਰਭੂ ਦੀ ਯਾਦ ਵਿੱਚ ਸੁਤੇ ਸਿੱਧ ਹੀ ਲੱਗਾ ਹੋਇਆ ਹੈ। ਨਾਨਕ ਨਾਮ ਰਤਿਆਂ ਬਲ ਜਾਓ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਜਿਹੜੇ ਨਾਮ ਨਾਲ ਰਤੇ ਗਏ, ਨਾਮ ਵਿੱਚ ਰੰਗੇ ਗਏ, ਜਿਹੜੇ ਜੀਵ ਪ੍ਰਭੂ ਦੀ ਵਡਿਆਈ, ਉਸਤਤ, ਸਿਫਤ ਸਲਾਹ ਕਰਦੇ ਨੇ, ਉਹਨਾਂ ਤੋਂ ਸਾਹਿਬ ਜੀ ਕਹਿੰਦੇ ਬਲਿਹਾਰ ਜਾਵਾਂ, ਸਦਕੇ ਜਾਵਾਂ, ਕੁਰਬਾਨ ਜਾਵਾਂ ਉਹਨਾਂ ਤੋਂ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਗੇ ਪੌੜੀ ਹੈ, ਸਾਹਿਬ ਕਿਰਪਾ ਕਰਦੇ ਨੇ, ਸੇ ਹਰ ਨਾਮ ਧਿਆਵੈ ਜੋ ਹਰ ਰਤਿਆ, ਜੋ ਪ੍ਰਭੂ ਪਰਮਾਤਮਾ ਦਾ ਨਾਮ ਧਿਆਉਂਦੇ ਨੇ ਉਹ ਸਦਾ ਹੀ ਉਹਦੇ ਰੰਗ ਵਿੱਚ ਰਤੇ ਰਹਿੰਦੇ ਨੇ, ਰੰਗੇ ਰਹਿੰਦੇ ਨੇ। ਸਾਹਿਬ ਜੀ ਕਹਿੰਦੇ ਨਾਮ ਦੇ ਰੰਗ ਵਿੱਚ ਜਿਹੜੇ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਉਸਤਤ ਕਰਦੇ ਨੇ, ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਂ ਕੈ ਜਾ ਕਾ ਸਤਿਗੁਰ ਪੂਰਾ। ਸਾਹਿਬ ਜੀ ਕਹਿੰਦੇ ਨੇ ਜਿਹੜੇ ਪ੍ਰਭੂ ਪਰਮਾਤਮਾ ਦਾ ਨਾਮ ਧਿਆਉਂਦੇ ਨੇ ਉਹ ਨਾਮ ਦੇ ਵਿੱਚ ਹਰ ਵੇਲੇ ਰੰਗੇ ਰਹਿੰਦੇ ਹਨ। ਹਰ ਇੱਕ ਧਿਆਵੈ ਇੱਕ ਇੱਕੋ ਹਰ ਸਤਿਆ, ਕਿਹਨੂੰ ਧਿਆਉਂਦੇ ਨੇ? ਇੱਕ ਪਰਮਾਤਮਾ ਨੂੰ। ਜਿਸ ਪਰਮਾਤਮਾ ਵਾਹਿਗੁਰੂ ਦੀ ਇਹ ਸਤਾ, ਜਿਹਦੀ ਤਾਕਤ, ਜਿਹਦੀ ਕਲਾ ਨਾਲ ਇਹ ਸਾਰਾ ਸੰਸਾਰ ਬ੍ਰਹਿਮੰਡ ਸਭ ਚੱਲ ਰਿਹਾ ਹੈ, ਉਹ ਪਰਮਾਤਮਾ ਨੂੰ ਧਿਆਉਂਦੇ ਨੇ, ਭਾਵ ਕਿ ਇੱਕ ਪਰਮੇਸ਼ਰ ਨੂੰ, ਵਾਹਿਗੁਰੂ। ਉਹਨੂੰ ਕੋਈ ਰਾਮ, ਕੋਈ ਅੱਲਾ, ਕੋਈ ਰਹੀਮ, ਕੋਈ ਖੁਦਾ ਕਹਿੰਦਾ ਹੈ, ਪਰ ਹੈ ਉਹ ਇੱਕ ਹੀ। ਸਾਹਿਬ ਜੀ ਕਹਿੰਦੇ ਨੇ ਜਿਹੜੇ ਰੱਬ ਦੇ ਪਿਆਰੇ ਗੁਰਮੁਖ ਨੇ ਉਹ ਇੱਕ ਪਰਮਾਤਮਾ ਨੂੰ ਹੀ ਧਿਆਉਂਦੇ ਹਨ। ਹਰ ਇੱਕ ਹਰ ਇੱਕੋ ਵਰਤੈ ਇੱਕ ਇੱਕੋ ਉਤਪਤਿਆ, ਉਹਨਾਂ ਨੂੰ ਪਤਾ ਹੈ ਕਿ ਉਤਪਤੀ ਇੱਕ ਤੋਂ ਹੀ ਹੋਈ ਹੈ, ਭਾਵ ਇੱਕ ਹੀ ਪਰਮਾਤਮਾ ਹੈ ਜਿਹੜਾ ਸਭ ਜੀਵਾਂ ਨੂੰ, ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਸਭ ਦੀ ਸੰਭਾਲ ਕਰਨ ਵਾਲਾ ਹੈ ਤੇ ਸਭ ਨੂੰ ਖਤਮ ਕਰਨ ਵਾਲਾ ਹੈ। ਉਹ ਇੱਕ ਉਸ ਸਤਾ ਨੂੰ ਯਾਦ ਰੱਖਦੇ ਨੇ, ਪਰਮੇਸ਼ਰ ਨੂੰ। ਸਾਹਿਬ ਜੀ ਕਹਿੰਦੇ ਇੱਕ ਪਰਮਾਤਮਾ ਜਿਹੜਾ ਸਾਰੇ ਵਰਤ ਰਿਹਾ ਹੈ, ਉਸੇ ਨੂੰ ਹੀ ਉਹ ਧਿਆਉਂਦੇ ਹਨ। ਜੋ ਹਰ ਨਾਮ ਧਿਆਵੈ ਤਿਨ ਡਰ ਸੱਟ ਘੱਤਿਆ। ਸਾਹਿਬ ਕਹਿੰਦੇ ਪ੍ਰਭੂ ਦਾ ਨਾਮ ਜਪਣ ਵਾਲਿਆਂ ਨੇ ਆਪਣੇ ਅੰਦਰੋਂ ਸਾਰੇ ਡਰ ਦੂਰ ਕਰ ਲਏ, ਮੁੱਕ ਗਏ ਡਰ। ਇਨਸਾਨ ਹਰ ਚੀਜ਼ ਤੋਂ, ਜਿਹੜੀ ਵੀ ਇਹਨੂੰ ਮਨੁੱਖ ਨੂੰ ਜਿਹਦੇ ਤੋਂ ਡਰ ਲੱਗਦਾ ਹੈ, ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ। ਸੱਪ ਤੋਂ ਡਰ ਇਸ ਕਰਕੇ ਲੱਗਦਾ ਕਿ ਡੰਗ ਮਾਰੇਗਾ, ਮੌਤ ਹੋ ਜਾਏਗੀ, ਉਹਦੀ ਪੂਜਾ ਸ਼ੁਰੂ ਹੋ ਗਈ। ਭਿਆਨਕ ਅੱਗ ਬੰਦੇ ਨੇ ਵੇਖੀ, ਬੰਦਾ ਡਰ ਗਿਆ ਕਿ ਹੈ ਇੰਨੀ ਭਿਆਨਕ ਅੱਗ ਹੈ, ਤਬਾਹੀ ਮਚਾਈ ਜਾਂਦੀ ਹੈ, ਬੰਦੇ ਨੇ ਉਹਦੀ ਪੂਜਾ ਸ਼ੁਰੂ ਕਰ ਦਿੱਤੀ। ਭਿਆਨਕ ਪਾਣੀ ਵੇਖਿਆ, ਹੜ੍ਹ ਆਏ ਦੇਖੇ, ਤਬਾਹ ਕਰਦੀ ਵੇਖਿਆ ਕਿ ਸ਼ਹਿਰਾਂ ਦੇ ਸ਼ਹਿਰ, ਦੁਨੀਆ ਤਬਾਹ ਹੁੰਦੀ ਵੇਖੀ, ਤੇ ਬੰਦੇ ਨੇ ਪਾਣੀ ਦੀ ਪੂਜਾ ਸ਼ੁਰੂ ਕਰ ਦਿੱਤੀ। ਸਾਹਿਬ ਜੀ ਕਹਿੰਦੇ ਨੇ ਪਰ ਜਿਹੜਾ ਗੁਰਮੁਖ ਹੈ ਉਹਨੇ ਇਹ ਸਮਝ ਲਿਆ ਕਿ ਨਹੀਂ ਭਾਈ, ਚਾਹੇ ਅੱਗ ਹੋਵੇ, ਚਾਹੇ ਸੱਪ ਹੋਵੇ, ਚਾਹੇ ਪਾਣੀ ਹੋਵੇ, ਚਾਹੇ ਭਿਆਨਕ ਹਵਾ ਹਨੇਰੀ ਹੋਵੇ,
ਇਹ ਵੀ ਪ੍ਰਭੂ ਪਰਮਾਤਮਾ ਦੀ ਰਜ਼ਾ ਵਿੱਚ ਹੈ, ਉਹਦੇ ਹੁਕਮ ਵਿੱਚ ਹੈ, ਤੇ ਉਸ ਨੂੰ ਜਪਦੇ ਨੇ ਜਿਹਨੇ ਸਾਰਾ ਕੁਝ ਬਣਾਇਆ ਹੈ। ਬੰਦਾ ਇਹ ਚਿੜੀ ਜਨੌਰ ਜਾਨਵਰਾਂ ਤੋਂ ਹੀ ਡਰੀ ਜਾਂਦਾ ਹੈ। ਇੰਨੇ ਕੁ ਭਰਮ ਵਹਿਮ ਦੁਨੀਆ ਵਿੱਚ ਵਰਤ ਰਹੇ ਨੇ, ਸਾਰੇ ਡਰ ਦੇ ਕਾਰਨ ਬੰਦਾ ਚਾਹੁੰਦਾ ਡਰ ਬੈਠਾ ਹੋਇਆ, ਪਰ ਇਹ ਡਰ ਇਸ ਤਰ੍ਹਾਂ ਨਿਕਲਦਾ ਨਹੀਂ ਹੈ। ਬੜੀ ਹੈਰਾਨਗੀ ਹੁੰਦੀ ਹੈ ਕਿ ਦੁਕਾਨਾਂ 'ਤੇ ਨਾਰੀਅਲ ਪਿਆ ਹੋਵੇ, ਬੰਦਾ ਕੋਈ ਨਹੀਂ ਡਰਦਾ। ਰੇਹੜੀਆਂ 'ਤੇ ਕਿੰਨੇ ਨਾਰੀਅਲ ਪਏ ਆ, ਬੜੀਆਂ ਮਾਰਕੀਟਾਂ ਦੇ ਵਿੱਚ ਕਿੰਨੇ ਨਾਰੀਅਲ ਪਏ, ਕਦੇ ਡਰ ਨਹੀਂ ਆਉਂਦਾ। ਉਹੀ ਨਾਰੀਅਲ ਲਾਲ ਕੱਪੜੇ 'ਚ ਵਲੇਟ ਕੇ ਕਿਸੇ ਚਰਾਹੇ 'ਚ ਰੱਖ ਦਿਓ ਤੇ ਚੰਗਾ ਭਲਾ ਬੰਦਾ ਵੀ ਡਰੀ ਜਾਂਦਾ ਉਹਦੇ ਤੋਂ। ਨਾ ਪਹਿਲਾਂ ਲਾਲ ਕੱਪੜੇ ਤੋਂ ਡਰ ਆਇਆ, ਨਾ ਮੌਲੀ ਤੋਂ ਡਰ ਆਇਆ, ਨਾ ਨਾਰੀਅਲ ਤੋਂ ਡਰ ਆਇਆ, ਨਾ ਮਾਂਹ ਦੀ ਦਾਲ ਤੋਂ ਡਰ ਆਇਆ। ਇਹ ਸਾਰੀਆਂ ਚੀਜ਼ਾਂ ਮਿਲਾ ਕੇ ਚਰਾਹੇ 'ਚ ਰੱਖਤੀਆਂ, ਬੰਦਾ ਡਰਨ ਲੱਗ ਪਿਆ। ਇਹਦਾ ਮਤਲਬ ਕਿਤੇ ਨਾ ਕਿਤੇ ਬੰਦੇ ਦੇ ਮਨ ਵਿੱਚ ਕੋਈ ਵਹਿਮ ਭਰਮ ਬੈਠਾ ਹੈ ਵੀ ਇਹ ਕੋਈ ਟੂਣਾ ਹੁੰਦਾ ਹੈ, ਜਾਂ ਵਹਿਮ ਪਾ ਦਿੱਤੇ ਗਏ ਲੋਕਾਂ ਦੇ ਮਨਾਂ ਵਿੱਚ। ਨਹਿਰਾਂ ਦੇ ਵਿੱਚ ਤੁਸੀਂ ਦੇਖੋ, ਪੰਜਾਬ ਦੀਆਂ ਨਹਿਰਾਂ 'ਚ ਜਿੱਥੇ ਬੱਚੇ ਮੱਝਾਂ ਗਾਵਾਂ ਲੈ ਕੇ ਜਾਂਦੇ ਆ, ਉਹ ਨਾਲੇ ਨਹਾਉਂਦੇ ਆ, ਨਾਲੇ ਉਹਨਾਂ ਨਾਰੀਅਲਾਂ ਨੂੰ ਕੱਢ ਕੇ ਗਿਰੀਆਂ ਭੰਨ ਕੇ ਖਾਂਦੇ ਆ, ਮੌਜਾਂ ਮਾਣਦੇ ਆ। ਤੇ ਚੰਗੇ ਭਲੇ ਲੋਕ ਉੱਥੇ ਜਾ ਕੇ ਨਾਰੀਅਲ ਉੱਥੇ ਜਾ ਕੇ ਨਹਿਰਾਂ ਸੁੱਟੀ ਜਾਂਦੇ ਆ। ਇੱਕ ਵੀਰ ਨੇ ਗੱਲ ਸੁਣਾਈ, ਕਹਿਣ ਲੱਗਾ ਇੱਕ ਪਰਿਵਾਰ ਨਾਰੀਅਲ ਕਰਵਾ ਕੇ ਕਿਸੇ ਬ੍ਰਾਹਮਣ ਦੇ ਕੋਲੋਂ ਤੇ ਨਹਿਰ 'ਚ ਸੁੱਟਣ ਵਾਸਤੇ ਜਾ ਰਿਹਾ ਸੀ, ਤੇ ਵਿੱਚ ਹੀ ਉਹਨੇ ਪੈਸੇ ਰੱਖੇ ਸੀ, ਇੱਕ ਲਿਫਾਫੇ 'ਚ ਪੈਸੇ ਰੱਖੇ ਸੀ, 3 ਲੱਖ ਰੁਪਈਆ ਗੱਡੀ 'ਚ ਰੱਖਿਆ। ਜਦੋਂ ਨਹਿਰ ਦੇ ਲਾਗੇ ਗਿਆ ਤੇ ਘਰ ਵਾਲੀ ਨੂੰ ਕਹਿਣ ਲੱਗਾ, ਲਿਆ ਲਿਫਾਫਾ ਫੜਾ, ਮਾਰੀ ਜੀ ਵਗਾ ਕੇ ਨਾਰੀਅਲ ਦਾ। ਉਹ ਕਾਹਲੀ ਘਰ ਵਾਲੀ ਨੂੰ ਸਮਝ ਨਾ ਲੱਗੀ, ਪਤਾ ਨਾ ਲੱਗਾ ਪਿਆ, ਉਹਨੇ ਜਿਹੜਾ ਲਿਫਾਫਾ ਸੀ ਉਹ ਪੈਸਿਆਂ ਵਾਲਾ ਫੜਾ ਦਿੱਤਾ। ਤੇ ਨਾ ਉਹਨੇ ਵੇਖਿਆ, ਸ਼ੀਸ਼ਾ ਥੱਲੇ ਕੀਤਾ, ਜ਼ੋਰ ਦੀ ਮਾਰਿਆ ਭੁਆ ਕੇ ਲਿਫਾਫਾ। ਉਹ ਜਦੋਂ ਡਿੱਗਿਆ ਨਹਿਰ ਵਿੱਚ, ਤੇ ਇੱਕਦਮ ਉਹਨੂੰ ਐਂ ਲੱਗਾ ਕਿ ਜਿਵੇਂ ਮੈਂ ਤਾਂ ਗਲਤੀ ਕਰ ਬੈਠਾ, ਪੈਸੇ ਡਿੱਗ ਪਏ ਲੱਗਦੇ ਆ। ਦਵਾ ਵੇਖਿਆ, ਕਹਿਣ ਲੱਗੇ ਨਾਰੀਅਲ ਤਾਂ ਗੱਡੀ 'ਚ ਪਿਆ ਰਹਿ ਗਿਆ, ਤੇ ਪੈਸੇ ਜਿਹੜੇ ਸੀ ਉਹ ਨਹਿਰ 'ਚ। ਉੱਥੇ ਮੁੰਡੇ ਨਹਾਉਂਦੇ ਸੀ ਜਿਹੜੇ ਮੱਝਾਂ ਗਾਵਾਂ ਚਾਰਦੇ ਸੀ, ਉਹਨਾਂ ਨੇ ਜਦੋਂ ਵੇਖਿਆ ਤੇ ਕਹਿਣ ਲੱਗੇ 2 ਲੱਖ ਰੁਪਈਆ ਤੇ ਚਲੋ ਕਾਲੀ ਜਿਹੜੀਆਂ ਦੱਥੀਆਂ ਸੀਗੀਆਂ 500 ਦੀਆਂ, ਉਹ 2 ਲੱਖ ਰੁਪਈਆ ਤੇ ਬਚ ਗਿਆ, ਤੇ 1 ਲੱਖ ਫਿਰ ਵੀ ਰੋੜੀ ਗਿਆ। ਤੇ ਹੁਣ ਦੇਖੋ ਵੀ ਉਹ ਬੰਦਾ, ਮੇਰਾ ਖਿਆਲ ਵੀ 3 ਤੋਂ 6 ਲੱਖ ਬਣਾਉਣ ਵਾਸਤੇ ਭਾਵੇਂ ਨਾਰੀਅਲ ਉਹਨੇ ਕਰਵਾਇਆ ਹੋਵੇ, ਹੋ ਸਕਦਾ ਇਸੇ ਕਰਕੇ ਕਰਵਾਇਆ ਹੋਊਗਾ ਨਾ, ਵੀ 3 ਦਾ 6 ਕਿਵੇਂ ਬਣਨਾ, ਤੇ 6 ਤਾਂ ਕੀ ਬਣਨਾ ਸੀ, 3 ਦਾ 2 ਰਹਿ ਗਿਆ। ਇਹੋ ਜਿਹੇ ਜਿਹੜੇ ਭਰਮ ਨੇ, ਵਹਿਮ ਨੇ, ਇਹ ਬੰਦੇ ਦਾ ਨੁਕਸਾਨ ਹੀ ਕਰਦੇ ਨੇ, ਫਾਇਦਾ ਕੋਈ ਲਾਭ ਇਹਨਾਂ ਦੇ ਵਿੱਚ ਨਹੀਂ ਹੁੰਦਾ। ਕੜਿਆਂ ਦੇ ਨਾਲ, ਕੜੇ ਤਾਂ ਵੈਸੇ ਗਾਇਬ ਹੁੰਦੇ ਜਾਂਦੇ ਆ, ਮੌਲੀਆਂ ਤੁਰੀਆਂ ਆਉਂਦੀਆਂ ਨੇ। ਇਹ ਵੀ ਬੜੀ ਸੋਚੀ ਸਮਝੀ ਸਾਜ਼ਿਸ਼ ਹੈ ਕਿ ਹੱਥਾਂ ਦੇ ਉੱਤੇ ਮੌਲੀਆਂ ਬਣਾਉਣੀਆਂ ਤੇ ਕੜੇ ਗਾਇਬ ਕਰਨੇ। ਇਹਦੇ ਪਿੱਛੇ ਬੜੀਆਂ ਡੂੰਘੀਆਂ ਸਾਜ਼ਿਸ਼ਾਂ ਨੇ। ਸਾਨੂੰ ਨਹੀਂ ਕਈ ਵਾਰ ਪਤਾ ਲੱਗਦਾ ਹੁੰਦਾ, ਅਸੀਂ ਸਮਝਦੇ ਸ਼ਾਇਦ ਕਿ ਧਾਗੇ ਬੰਨਣ ਨਾਲ ਕੀ ਹੋਣਾ, ਪਰ ਜਿਹੜੇ ਪਿੱਛੇ ਦਿਮਾਗ ਕੰਮ ਕਰਦੇ ਨੇ, ਉਹ ਬੜੇ ਜਿਹੜੇ ਜੋ ਕੁਝ ਜਿਹੜੇ ਕਰਵਾ ਰਹੇ ਸਾਰਾ ਕੁਝ ਨਾ, ਉਹ ਬੜੀ ਦੂਰ ਅੰਦੇਸ਼ੀ ਨਾਲ ਕੰਮ ਕਰਦੇ ਆ। ਹੌਲੀ ਉਹ ਗੱਲਾਂ ਇਹੋ ਜਿਹੀਆਂ ਸ਼ੁਰੂ ਕਰ ਦਿੰਦੇ ਨੇ, ਤੇ ਉਹਦੇ ਨਾਲ ਕੀ ਹੋਏਗਾ, ਗੁਰੂ ਦੀ ਨਿਸ਼ਾਨੀ ਕੜਾ ਗਾਇਬ ਹੋ ਜਾਏਗਾ, ਮੌਲੀਆਂ ਹੱਥਾਂ 'ਤੇ ਰਹਿ ਜਾਣਗੀਆਂ। ਪੰਜਾਬ ਦੇ ਵਿੱਚ ਬਹੁਤ ਐਸਾ ਹੋ ਰਿਹਾ ਹੈ। ਚੰਗੇ ਭਲੇ ਲੋਕ ਵੇਖੀਦੇ ਨੇ ਕਿ ਉਹਨਾਂ ਦੇ ਹੱਥਾਂ 'ਤੇ ਕੜਾ ਜੇ ਹੋਵੇ ਵੀ ਤੇ ਖੱਬੇ ਹੱਥ 'ਚ ਤੇ ਮੌਲੀ ਸੱਜੇ ਹੱਥ 'ਚ, ਤੇ ਹੌਲੀ ਉਹ ਕੜੇ ਵੀ ਜਿਹੜੇ ਗਾਇਬ, ਕਈਆਂ ਦੇ ਤਾਂ ਹੋ ਗਏ ਨੇ, ਪਰ ਕਈਆਂ ਨੇ ਜੇ ਕੜਿਆਂ ਦੇ ਨਾਲ ਮੌਲੀਆਂ ਵੀ ਰੱਖੀਆਂ ਹੋਈਆਂ। ਸਾਹਿਬ ਗੁਰੂ ਰਾਮਦਾਸ ਜੀ ਅੱਜ ਕਿਰਪਾ ਕਰਦੇ ਨੇ, ਕਹਿੰਦੇ ਜੋ ਹਰ ਨਾਮ ਧਿਆਵੈ। ਜੇ ਕੋਈ ਨਾਮ ਨਾਲ ਜੁੜ ਜਾਵੇ ਤੇ ਕੀ ਹੋਏਗਾ, 3 ਡਰ 60 ਘੱਤਿਆ। ਉਹਨੂੰ ਕਾਹਦਾ ਡਰ ਹੈ, ਤੇ ਡਰਦਾ ਕੌਣ ਹੈ, ਸੋ ਡਰੇ ਜੇ ਪਾਪ ਕਮਾਉਂਦਾ ਧਰਮੀ ਬਖਸ਼ੇਦ। ਜਿਹਨੇ ਕੰਮ ਹੀ ਬੁਰੇ ਕਰਨੇ ਆ ਤੇ ਉਹਨੇ ਡਰਨਾ ਹੀ ਹੈ। ਜਿਹਨੇ ਕੰਮ ਸੱਚ ਦਾ ਕਰਨਾ, ਧਰਮ ਦਾ ਕਰਨਾ, ਪਰਉਪਕਾਰ ਦਾ ਕਰਨਾ ਹੈ, ਉਹਨੂੰ ਡਰ ਕਾਹਦਾ। ਉਹ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਹੋਵੇ, ਕਾਹਦਾ ਡਰ ਉਸ ਨੂੰ। ਡਰੇਗਾ ਉਹੀ ਜਿਹਨੇ ਬੁਰੇ ਕਰਮ ਕਰਨੇ ਨੇ। ਤੇ ਸਾਹਿਬ ਜੀ ਕਹਿੰਦੇ ਨੇ, ਗੁਰਮੁਖ ਨੇ ਨਾਮ ਨੂੰ ਧਿਆਇਆ ਹੈ ਤੇ ਉਹਨੇ ਆਪਣੇ ਅੰਦਰੋਂ ਸਾਰੇ ਡਰ ਕੱਢ ਕੇ 60 ਘੱਤਿਆ, ਸਾਰੇ ਡਰ ਬਾਹਰ ਕੱਢ ਕੇ ਮਾਰੇ ਵੀ ਮੈਂ ਕਿਸੇ ਗੱਲ ਤੋਂ ਕੇਵਲ ਡਰਨਾ ਤੇ ਪਰਮਾਤਮਾ ਤੋਂ, ਉਹਦੇ ਭੈ 'ਚ ਜ਼ਰੂਰ ਰਹਿਣਾ ਹੈ। ਸਾਹਿਬ ਜੀ ਕਹਿੰਦੇ ਪਰਮਾਤਮਾ ਤੋਂ ਡਰਦਾ ਹੈ, ਬਾਕੀ ਉਹਨੂੰ ਕਿਸੇ ਵਹਿਮ ਭਰਮ ਦਾ ਕੋਈ ਡਰ ਨਹੀਂ। ਸਾਹਿਬ ਜੀ ਅਖੀਰਲੀ ਪੰਕਤੀ ਵਿੱਚ ਕਿਰਪਾ ਕਰਦੇ ਨੇ, ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ। ਪਰ ਇਹ ਮਤ ਗੁਰੂ ਹੀ ਦੇਵੇ, ਇਹ ਸਮਝ ਗੁਰੂ ਹੀ ਦੇਵੇ, ਤਾਂ ਹੀ ਖੇਡ ਬਣਦੀ ਹੈ। ਸਾਹਿਬ ਜੀ ਕਹਿੰਦੇ ਨੇ ਇਸੇ ਕਰਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਗੁਰੂ ਕੋਲੇ ਆ ਕੇ ਮੰਗੀਏ ਕਿ हे ਵਾਹਿਗੁਰੂ ਜੀ ਕਿਰਪਾ ਕਰਕੇ ਗੁਰ ਕੀ ਮਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਭਈ ਗੁਰੂ ਦੀ ਮਤ ਨੂੰ ਧਾਰਨ ਕਰਨਾ ਚਾਹੀਦਾ। ਸਾਹਿਬ ਕਹਿੰਦੇ ਨੇ ਗੁਰਮੁਖਾਂ ਨੇ ਗੁਰੂ ਦੀ ਮਤ ਧਾਰਨ ਕਰਕੇ ਪ੍ਰਭੂ ਦੇ ਨਾਲ ਆਪਣੀ ਸੁਰਤ ਨੂੰ ਜੋੜ ਲਿਆ ਹੈ। ਸਤਿਗੁਰੂ ਕਿਰਪਾ ਕਰਨ, ਗਰੀਬ ਨਵਾਜ਼ ਪਾਤਸ਼ਾਹ ਜੀ ਅਸੀਂ ਵੀ ਇਹਨਾਂ ਕੀਮਤੀ ਸਵਾਸਾਂ ਨੂੰ
ਅਜ਼ਾਈ ਨਾਲ ਜਾਣ ਦਈਏ, ਪ੍ਰਭੂ ਪਰਮਾਤਮਾ ਦੀ ਵਡਿਆਈ, ਉਹਦੀ ਉਸਤਤ ਕਰਦੇ ਰਹੀਏ, ਤਾਂ ਕਿ ਮਨੁੱਖਾ ਜਿਹੜਾ ਜੀਵਨ ਮਿਲਿਆ ਹੈ, ਆਇਓ ਸੁਣਨ ਪੜ੍ਹਨ ਕੋ ਬਾਣੀ, ਇਹ ਜਿਹੜਾ ਮਨੁੱਖਾ ਜੀਵਨ ਬਾਣੀ ਪੜ੍ਹਨ ਸੁਣਨ ਵਾਸਤੇ, ਚੰਗੇ ਕਰਮ ਕਰਨ ਵਾਸਤੇ ਵਾਹਿਗੁਰੂ ਨੇ ਸਾਨੂੰ ਦਿੱਤਾ ਹੈ। ਜੇ ਅਸੀਂ ਸ਼ੁਭ ਕਰਮ ਇਹਦੇ ਨਾਲ ਕਰਾਂਗੇ, ਸਵਾਸਾਂ ਨੂੰ ਸੰਭਾਲਾਂਗੇ ਕਿ ਇੱਕ ਸਵਾਸ ਨੂੰ ਪ੍ਰਭੂ ਪਰਮਾਤਮਾ ਦੀ ਵਡਿਆਈ ਉਸਤਤ ਕਰਦੇ ਹਾਂ, ਫਿਰ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ, ਪੁਰ ਚੁੱਕਦੀ ਖਿਮਾ। ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।